ਉਹ ਬਾਈ ਰੋਡ ਜਾ ਕੇ ਉੱਥੇ ਜਾ ਕੇ ਲੜਕੀਆਂ ਫਿਰ ਕਿਸੇ ਜ਼ਿਮੀਂਦਾਰਾਂ ਨੂੰ ਜਾਂ ਜਿਹਨੂੰ ਲੋੜ ਹੈ ਉਹ ਲੜਕੀਆਂ ਨੂੰ ਏਜੰਟ ਦੇ ਦਿੰਦੇ ਨੇ, ਉੱਥੋਂ ਪੈਸਾ ਲੈ ਲੈਂਦੇ। ਹਾਲਾਂਕਿ ਉਹਨਾਂ ਦਾ ਕਸੂਰ ਨਹੀਂ ਜ਼ਿਆਦਾ ਗਿਣਦਾ ਲੋਕਲ ਜਿਹੜੇ ਨੇ, ਕਿਉਂਕਿ ਉਹ ਤਾਂ ਲੜਕੀ ਨੂੰ ਇਲੀਗਲ ਲੜਕੀ ਨੂੰ ਲੈ ਕੇ ਉਹਨੂੰ ਵੀਜ਼ਾ ਲਵਾ ਕੇ ਸਟੈਂਪ ਲਵਾ ਕੇ ਤੇ ਉਹਨੂੰ ਲੀਗਲ ਕਰ ਦਿੰਦੇ ਆ। ਲੇਕਿਨ ਕੰਮ ਇੰਨਾ ਜ਼ਿਆਦਾ ਹੁੰਦਾ ਕਿ ਲੜਕੀਆਂ ਕੰਮ ਨਹੀਂ ਕਰ ਸਕਦੀਆਂ, ਉੱਥੇ 18 ਘੰਟੇ ਕੰਮ ਕਰਨਾ ਪੈਂਦਾ ਹੈ। ਉਹ ਫਿਰ ਲੜਕੀਆਂ ਤੋਂ ਭੱਜ ਕੇ ਇੰਡੀਅਨ ਕੌਂਸੂਲੇਟ 'ਚ ਆ ਜਾਂਦੀਆਂ, ਇੰਡੀਅਨ ਐਮਬੈਸੀ 'ਚ ਆ ਜਾਂਦੀਆਂ, ਜਾਂ ਫਿਰ ਗੁਰਦੁਆਰਿਆਂ 'ਚ ਆ ਜਾਂਦੀਆਂ ਨੇ। ਤੇ ਇਹ ਕਾਫੀ ਜਿਹੜਾ ਸੀ 2-2.5 ਸਾਲ ਤੋਂ ਲੱਗਿਆ ਸੀ, ਲੇਕਿਨ ਕੋਈ ਵੀ ਕਿਸੇ ਵੀ ਸਰਕਾਰ ਨੇ ਇਹ 'ਚ ਕੋਈ ਜ਼ਿਆਦਾ ਹੈਲਪ ਨਹੀਂ ਕੀਤੀ। ਕੋਈ ਬਣਦਾ ਉੱਠਦਾ, ਕੋਈ ਲੇਡੀ ਉੱਠਦੀ ਹੈ ਜੀ ਚੱਲ ਮੈਂ ਤੈਨੂੰ ਲੈ ਚੱਲਾਂ, ਉਹਨੂੰ ਲੈ ਕੇ ਨਾਲ ਤੁਰ ਪੈਂਦੀ ਉੱਥੇ ਜਾ ਕੇ ਆਹੀ ਜਿਹੜਾ ਗੰਦ ਪੈ ਰਿਹਾ ਸੀ। ਕਰ ਜੇ ਰੁੱਖੀ ਸੌਖੀ ਮਿਲਦੀ ਖਾ ਲਓ। ਔਰ ਪੇਰੈਂਟਸ ਦਾ ਮੈਂ ਬਹੁਤ ਵੱਡਾ ਉਹਨਾਂ ਦਾ ਇੱਕ ਫਾਲਟ ਪੇਰੈਂਟਸ ਦਾ ਹੀ ਹੈ ਕਿ ਜਿਹੜੇ ਜਵਾਨ ਕੁੜੀਆਂ ਨੂੰ ਭੇਜਦੇ। ਪਿਆਰੇ ਦਰਸ਼ਕੋ, ਸਮੇਂ-ਸਮੇਂ ਤੁਹਾਨੂੰ ਅਸੀਂ ਅਹਿਮ ਸ਼ਖਸੀਅਤਾਂ ਦੇ ਰੂਬਰੂ ਕਰਦੇ ਹਾਂ। ਇੱਕ ਵਾਰ ਫਿਰ ਅੱਜ ਇਸ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਾਂ। ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਡਾਕਟਰ SP ਸਿੰਘ ਉਬਰਾਏ, ਜਿਹੜੇ ਕਿ ਸਰਬੱਤ ਦਾ ਭਲਾ ਟਰਸਟ ਚਲਾਉਂਦੇ ਆ ਔਰ ਦੇਸ਼ ਵਿਦੇਸ਼ 'ਚ ਖਾਸ ਕਰਕੇ ਉੱਤਰੀ ਭਾਰਤ 'ਚ ਬਹੁਤ ਸਾਰੇ ਚੈਰਿਟੀ ਦੇ ਕੰਮ ਉਹ ਕਰਦੇ ਆ। ਚਾਹੇ ਉਹ ਬੇਸਹਾਰਾ ਔਰਤਾਂ ਨੂੰ, ਵਿਧਵਾ ਔਰਤਾਂ ਨੂੰ ਸਹਾਇਤਾ ਦੇਣੀ ਹੋਵੇ, ਚਾਹੇ ਬੇਸਹਾਰਾ ਬੱਚਿਆਂ ਨੂੰ ਮਦਦ ਕਰਨੀ ਹੋਵੇ, ਚਾਹੇ ਜਿਹੜਾ ਪੰਜਾਬ ਦੇ ਵਿੱਚ ਗਰੀਬ ਵਰਗਾਂ ਨੂੰ ਇਲਾਜ ਦੀਆਂ ਸਹੂਲਤਾਂ ਦੇਣੀਆਂ ਹੋਣ। ਬਹੁਤ ਸਾਰੇ ਮਹੱਤਵਪੂਰਨ ਜਿਹੜੇ ਉਹ ਪ੍ਰੋਜੈਕਟ ਆਪਣੇ ਖਰਚੇ ਤੇ ਆਪਣੀ ਜੇਬ 'ਚੋਂ ਆਪਣੇ ਟਰਸਟ ਵੱਲੋਂ ਉਹ ਕਰਦੇ ਆ। ਕਿਸੇ ਤੋਂ ਕੋਈ ਇਸ ਟਰਸਟ ਲਈ ਪੈਸੇ ਵੀ ਇਕੱਠੇ ਨਹੀਂ ਕੀਤੇ ਜਾਂਦੇ। ਇਸ ਤੋਂ ਇਲਾਵਾ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਕਿ ਸਾਡੇ ਜਿਹੜੇ ਨੌਜਵਾਨ ਖਾੜੀ ਦੇ ਦੇਸ਼ਾਂ 'ਚ ਫਸ ਜਾਂਦੇ ਆ, ਉਹਨਾਂ ਨੂੰ ਉਹ ਛਡਵਾ ਕੇ ਵੀ ਲੈ ਕੇ ਆਉਂਦੇ ਆ, ਜਿਹੜੀਆਂ ਬਹੁਤ ਸਾਰੀਆਂ ਉੱਥੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਉਹਨਾਂ ਦੀ ਜਿਹੜੀ ਇਹ ਸੇਵਾ ਬੇਮਿਸਾਲ ਸੇਵਾ ਹੈ ਔਰ ਪੰਜਾਬ ਦੇ ਵਿੱਚ ਉੱਤਰੀ ਭਾਰਤ 'ਚ ਸਮੁੱਚੇ ਤੌਰ 'ਤੇ ਦੇਸ਼ 'ਚ ਉਹਨਾਂ ਦੇ ਇਸ ਕੰਮ ਨੂੰ ਬਹੁਤ ਹੀ ਦਿਲਚਸਪੀ ਨਾਲ, ਬਹੁਤ ਹੀ ਸਤਿਕਾਰ ਨਾਲ ਦੇਖਿਆ ਜਾਂਦਾ। ਅੱਜ ਉਹ ਸਾਡੇ ਸਟੂਡੀਓ ਵਿੱਚ ਹੈ, ਉਹਨਾਂ ਨਾਲ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਾਂਗੇ। ਉਬਰਾਏ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਉਬਰਾਏ ਜੀ, ਇੱਕ ਗੱਲ ਪਿਛਲੇ ਦਿਨਾਂ 'ਚ ਕਾਫੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਸਾਡੇ ਨੌਜਵਾਨ ਜਿਹੜੇ ਆ ਪੰਜਾਬ 'ਚ ਉਹਨਾਂ ਨੂੰ ਰੋਟੀ ਰੋਜ਼ੀ ਨਹੀਂ ਮਿਲਦੀ। ਸਿੱਖਿਆ ਹਾਸਲ ਕਰਨ ਦੇ ਬਹਾਨੇ ਬਹੁਤ ਸਾਰੇ ਵਿਕਸਿਤ ਦੇਸ਼ਾਂ ਨੂੰ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਉਹਨਾਂ ਥਾਵਾਂ 'ਤੇ ਉਹ ਜਾ ਰਹੇ ਆ +2 ਕਰਕੇ, ਕਿਉਂਕਿ ਜਿਹੜਾ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਜਿਹੜਾ ਬਿਹਤਰ ਰੁਜ਼ਗਾਰ ਦੇ ਮੌਕੇ ਮਿਲਣ, ਜਿਹੜੇ ਕਿ ਇੱਥੇ ਨਹੀਂ ਮਿਲ ਰਹੇ। ਪਰ ਨਾਲ ਹੁਣ ਇੱਕ ਇਹ ਵੀ ਖਬਰਾਂ ਆ ਰਹੀਆਂ ਕਿ ਖਾੜੀ ਦੇ ਦੇਸ਼ਾਂ ਨੂੰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਰੁਜ਼ਗਾਰ ਦੀ ਤਲਾਸ਼ 'ਚ ਜਾ ਰਹੇ ਆ ਤੇ ਉਹਨਾਂ ਦਾ ਏਜੰਟਾਂ ਵੱਲੋਂ ਸ਼ੋਸ਼ਣ ਹੋਣ ਦੀਆਂ ਖਬਰਾਂ ਵੀ ਆ ਰਹੀਆਂ। ਇਹ ਗੱਲ ਸਿਰਫ ਲੜਕਿਆਂ ਤੱਕ ਸੀਮਿਤ ਨਹੀਂ ਰਹੀ, ਇਹ ਵੀ ਖਬਰਾਂ ਆ ਰਹੀਆਂ ਕਿ ਬਹੁਤ ਸਾਰੀਆਂ ਲੜਕੀਆਂ ਵੀ ਜਿਹੜੀਆਂ ਉਹ ਖਾੜੀ ਦੇ ਦੇਸ਼ਾਂ ਨੂੰ ਜਾ ਰਹੀਆਂ। ਏਜੰਟ ਉਹਨਾਂ ਨੂੰ ਤਰ੍ਹਾਂ ਦੇ ਸੁਪਨੇ ਦਿਖਾ ਕੇ ਉੱਥੇ ਲੈ ਜਾਂਦੇ ਆ ਤੇ ਉੱਥੇ ਜਾ ਕੇ ਉਹ ਫਸ ਜਾਂਦੀਆਂ। ਉਹਨਾਂ ਦੀ ਹਾਲਤ ਬੜੀ ਦਰਦਨਾਕ ਹੈ। ਇਹ ਵੀ ਮੈਨੂੰ ਪਤਾ ਲੱਗਾ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿੱਥੇ ਲੜਕੀਆਂ ਜਿਹੜੀਆਂ 12-13 ਲੜਕੀਆਂ ਜਿਹੜੀਆਂ ਦੁਬਈ ਦੇ ਵਿੱਚ ਉਹ ਫਸੀਆਂ ਹੋਈਆਂ ਸੀਗੀਆਂ। ਉਹਨਾਂ ਨੇ ਜਿਹੜੀ ਮੰਗ ਕੀਤੀ ਆ ਕੇਂਦਰ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਤੇ ਪੰਜਾਬ ਦੇ ਲੋਕਾਂ ਤੋਂ ਕਿ ਉਹਨਾਂ ਨੂੰ ਛੁਡਵਾਇਆ ਜਾਵੇ। ਉਬਰਾਏ ਜੀ, ਇਹ ਸਾਰਾ ਕੀ ਮਾਮਲਾ ਹੈਗਾ? ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਪਹਿਲਾਂ ਜਾਣਕਾਰੀ ਦਿਓ। ਮਾਨ ਸਾਹਿਬ, ਇਸ ਤਰ੍ਹਾਂ ਹੈ ਕਿ 2.5-3 ਸਾਲ ਪੁਰਾਣੀ ਗੱਲ ਹੈ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਅਜੇ। ਹਾਂਜੀ। ਲੇਕਿਨ ਉਹਨਾਂ ਦਿਨਾਂ ਵਿੱਚ ਵੀ ਜਿਸ ਵੇਲੇ ਮੈਂ ਮਸਕਟ ਗਿਆ ਸੀ, ਜਾ ਕੇ ਮਿਲ ਕੇ ਆਇਆ ਸੀ ਅੰਬੈਸੀ ਵਿੱਚ, ਤੇ 103 ਦੇ ਕਰੀਬ ਲੜਕੀਆਂ ਜਿਹੜੀਆਂ ਉਹਨਾਂ ਦੀ ਸ਼ਰਨ ਵਿੱਚ ਸੀਗੀਆਂ। ਅੱਛਾ। ਜਿਹੜੀਆਂ ਇਸੇ ਤਰ੍ਹਾਂ ਲੜਕੀਆਂ ਇੱਥੋਂ ਏਜੰਟਾਂ ਦੇ ਝਾਂਸੇ ਜਾ ਕੇ ਗਈਆਂ ਸੀ। ਇਹਨਾਂ ਲੜਕੀਆਂ ਦੇ ਘਰਾਂ 'ਚ ਜਾ ਕੇ ਨਾ ਇਹ ਪੂਰਾ ਇੱਕ ਗਰੋਹ ਬਣਿਆ ਹੋਇਆ ਜੀ, ਜਿੱਥੇ ਏਜੰਟ ਜਿਹੜੇ ਪੰਜਾਬ ਦੇ ਹੈਗੇ, ਹਰਿਆਣਾ ਦੇ, ਦਿੱਲੀ, ਬੰਬੇ, ਦੁਬਈ, ਈਵਨ ਪਾਕਿਸਤਾਨ ਦੇ ਸਾਰੇ ਨਾ, ਇਹ ਸਾਰੇ ਰਲ ਮਿਲ ਕੇ ਸਾਰਾ ਕੰਮ ਕਰਦੇ ਆ ਇਹ। ਹਾਂਜੀ। ਤੇ ਉਹ ਫਿਰ ਇੱਥੇ ਆ ਕੇ ਜਦੋਂ ਲੇਡੀਜ਼ ਜਾਂਦੀਆਂ ਨੇ ਘਰਾਂ 'ਚ ਜਾ ਕੇ ਦੱਸਣ ਗਿਆ ਵੀ ਤੁਹਾਡੀ ਬੇਟੀ ਦੇਖੋ ਇੱਦਾਂ, ਉਹਨੂੰ ਅਸੀਂ ਲੈ ਜਾਵਾਂਗੇ, ਤੇ ਜੇ ਪੈਸੇ ਨਹੀਂ ਆ ਤਾਂ ਕੋਈ ਗੱਲ ਨਹੀਂ, ਪੈਸੇ ਅਸੀਂ ਬਾਅਦ 'ਚ ਲੈ ਲਾਂਗੇ। ਹਾਂਜੀ। ਤੇ ਲੇਕਿਨ ਤੁਸੀਂ ਲੜਕੀ ਭੇਜੋ, ਅਸੀਂ ਇਹਨੂੰ ਨਰਸਿੰਗ ਵਿੱਚ ਜਾਂ ਟੀਚਿੰਗ ਲਾਈਨ ਦੇ ਵਿੱਚ, ਜਾਂ ਫਿਰ ਜਿਹੜੀਆਂ ਸਾਡੀਆਂ ਇੰਡੀਆ ਦੀਆਂ ਫੈਮਲੀਜ਼ ਹੈਗੀਆਂ ਉਹਨਾਂ ਨੂੰ ਮੇਡ ਦੀ ਲੋੜ ਹੁੰਦੀ ਹੈ ਵੀ ਅਸੀਂ ਉੱਥੇ ਇਹਨਾਂ ਨੂੰ ਕਰਾਂਗੇ। ਇਸ ਝਾਂਸੇ 'ਚ ਪਾ ਕੇ ਉਹ ਫਿਰ ਫੈਮਲੀ ਗਰੀਬੀ ਬਹੁਤ ਹੈ। ਹਾਂਜੀ। ਤੇ ਤਾਂ ਉਹਨਾਂ ਨੂੰ ਆਪਣੀ ਲੜਕੀਆਂ ਭੇਜਣੀਆਂ ਪੈਂਦੀਆਂ ਨੇ ਜੀ। ਹਾਂਜੀ। ਤੇ ਲੜਕੀਆਂ ਜਦ ਜਾਂਦੀਆਂ 2 ਹਫ਼ਤੇ ਦਾ ਵੀਜ਼ਾ ਹੁੰਦਾ ਇਹਨਾਂ ਦਾ, ਟੂਰਿਸਟ ਵੀਜ਼ਾ, ਟ੍ਰਾਂਜ਼ਿਟ ਵੀਜ਼ਾ ਜਿਹਨੂੰ ਕਹਿੰਦੇ ਆ। ਹਾਂਜੀ। 2 ਹਫ਼ਤੇ ਬਾਅਦ ਉੱਥੇ ਜਾ ਕੇ ਲੜਕੀਆਂ ਜਿਹੜੀਆਂ ਉਹ ਇਲੀਗਲ ਹੋ ਜਾਂਦੀਆਂ ਨੇ। ਜਿਹੜੇ ਏਜੰਟ ਲੈ ਕੇ ਜਾਂਦੇ ਉਹਨਾਂ ਦੇ ਪਾਸਪੋਰਟ ਲੈ ਲੈਂਦੇ ਨੇ। ਹਾਂਜੀ। ਔਰ ਮੋਸਟਲੀ ਕੀ ਹੈ ਕਿ ਉਹਨਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ। ਹਾਂਜੀ। 2 ਹਫ਼ਤੇ ਬਾਅਦ ਫਿਰ ਉਹਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਜੇ ਬਾਹਰ ਗਈਆਂ ਤਾਂ ਤੁਹਾਨੂੰ ਪੁਲਿਸ ਨੇ ਫੜ ਲੈਣਾ। ਹਾਂਜੀ। ਤੇ ਤੁਸੀਂ ਹੁਣ ਕਿਉਂਕਿ ਇਲੀਗਲ ਹੋ ਗਈਆਂ, ਫਿਰ ਉਹਨਾਂ ਨੂੰ ਬਾਈ ਰੋਡ ਲਿਜਾ ਕੇ, ਹਾਂਜੀ, ਇਹ ਸਾਰੀਆਂ ਲੜਕੀਆਂ ਅਜਮਾਨ ਜਾਂਦੀਆਂ ਨੇ ਪਹਿਲਾਂ।
ਦੁਬਈ ਦੀ ਇੱਕ ਸਟੇਟ ਹੈ UAE ਦੀ, ਓਮਾਨ ਨਹੀਂ ਅਜਮਾਨ, ਹਾਂ, ਉੱਥੇ ਜਾਂਦੀਆਂ। ਉੱਥੋਂ ਫਿਰ ਅੱਗੇ ਜਿਹੜੀਆਂ ਲੜਕੀਆਂ ਸਪਲਾਈ ਹੁੰਦੀਆਂ ਸਾਰੀਆਂ। ਹਾਂਜੀ। ਮੇਨ ਜਿਹੜਾ ਰਸ਼ ਪਿਆ ਹੋਇਆ ਅਸਲੇ ਉਹ ਮਸਕਟ ਦੇ ਵਿੱਚ ਹੈ, ਓਮਾਨ ਦੇ ਵਿੱਚ। ਹਾਂਜੀ। ਸੋ ਉਹ ਬਾਈ ਰੋਡ ਤਕਰੀਬਨ 500-550 ਕਿਲੋਮੀਟਰ ਸਫ਼ਰ ਹੈਗਾ। ਹਾਂਜੀ। ਸੋ ਉਹ ਬਾਈ ਰੋਡ ਲਿਜਾ ਕੇ ਉੱਥੇ ਜਾ ਕੇ ਲੜਕੀਆਂ ਫਿਰ ਕਿਸੇ ਜ਼ਿਮੀਂਦਾਰਾਂ ਨੂੰ ਜਾਂ ਜਿਹਨੂੰ ਲੋੜ ਹੈ ਉਹ ਲੜਕੀਆਂ ਉਹਨੂੰ ਏਜੰਟ ਦੇ ਦਿੰਦੇ ਨੇ, ਉੱਥੋਂ ਪੈਸਾ ਲੈ ਲੈਂਦੇ ਨੇ। ਹਾਂਜੀ। ਹਾਲਾਂਕਿ ਉਹਨਾਂ ਦਾ ਕਸੂਰ ਨਹੀਂ ਵੀ ਜ਼ਿਆਦਾ ਗਿਣਦਾ ਲੋਕਲ ਜਿਹੜੇ ਨੇ, ਕਿਉਂਕਿ ਉਹ ਤਾਂ ਲੜਕੀ ਨੂੰ ਇਲੀਗਲ ਲੜਕੀ ਨੂੰ ਲੈ ਕੇ ਉਹਨੂੰ ਵੀਜ਼ਾ ਲਵਾ ਕੇ ਸਟੈਂਪ ਲਵਾ ਕੇ ਤੇ ਉਹਨੂੰ ਲੀਗਲ ਕਰ ਦਿੰਦੇ ਆ। ਹਾਂਜੀ। ਲੇਕਿਨ ਕੰਮ ਇੰਨਾ ਜ਼ਿਆਦਾ ਹੁੰਦਾ ਕਿ ਲੜਕੀਆਂ ਕੰਮ ਨਹੀਂ ਕਰ ਸਕਦੀਆਂ, ਉੱਥੇ 18-18 ਘੰਟੇ ਕੰਮ ਕਰਨਾ ਪੈਂਦਾ ਹੈ। ਉਹ ਫਿਰ ਲੜਕੀਆਂ ਤੋਂ ਭੱਜ ਕੇ ਇੰਡੀਅਨ ਕੌਂਸੂਲੇਟ 'ਚ ਆ ਜਾਂਦੀਆਂ, ਇੰਡੀਅਨ ਐਮਬੈਸੀ 'ਚ ਆ ਜਾਂਦੀਆਂ, ਜਾਂ ਫਿਰ ਗੁਰਦੁਆਰਿਆਂ 'ਚ ਆ ਜਾਂਦੀਆਂ ਨੇ। ਤੇ ਇਹ ਕਾਫੀ ਜਿਹੜਾ ਸੀ 2-2.5 ਸਾਲ ਤੋਂ ਮੈਨੂੰ ਲੱਗਿਆ ਸੀ, ਲੇਕਿਨ ਕੋਈ ਵੀ ਕਿਸੇ ਵੀ ਸਰਕਾਰ ਨੇ ਇਹ 'ਚ ਕੋਈ ਜ਼ਿਆਦਾ ਹੈਲਪ ਨਹੀਂ ਕੀਤੀ। ਠੀਕ ਹੈ ਜੀ। ਜੋ ਅਸੀਂ ਚਾਹੁੰਦੇ ਸੀ। ਹਾਲਾਂਕਿ ਮੈਂ ਆਫਰਾਂ ਵੀ ਦਿੱਤੀਆਂ। ਮੈਂ ਕਿਹਾ ਜੀ ਸਰਕਾਰ ਮੈਨੂੰ ਪਤਾ ਹੈ ਕਿ ਜਿਸ ਤਰ੍ਹਾਂ ਬਲੱਡ ਮਨੀ ਸੀ ਸਰਕਾਰ ਨਹੀਂ ਦੇ ਸਕਦੀ ਸੀ, ਬਲੱਡ ਮਨੀ ਮੈਂ ਆਪਣੇ ਪੱਲਿਓਂ ਦਿੰਦਾ ਸਾਰੀ। ਇਹਨਾਂ ਨੂੰ ਵੀ ਕਿਹਾ, ਮੈਂ ਕਿਹਾ ਜੀ ਤੁਹਾਡੀ ਪ੍ਰੋਵੀਜ਼ਨ ਨਹੀਂ ਹੈਗੀ ਨਾ ਇਸ ਤਰ੍ਹਾਂ ਦੀ, ਤਾਂ ਜਿੰਨੇ ਉਹਨਾਂ ਦੇ ਫਾਈਨ ਹੋਏ ਨੇ ਜਾਂ ਜਿਹੜੇ ਬੰਦੇ ਕੋਲ ਵੇਚੀ ਹੋਈ ਹੈ ਲੜਕੀ ਦਿੱਤੀ ਹੋਈ ਹੈ ਉਹਨਾਂ ਨੂੰ ਪੈਸੇ ਦੇਣੇ। ਉਹਨਾਂ ਨੇ ਪੈਸੇ ਮੰਗ ਕੀਤੀ ਹੈ ਕਿ ਸਾਡਾ ਇੰਨਾ ਖਰਚਾ ਸਾਨੂੰ ਦੇ ਦਿਓ ਤੇ ਪਾਸਪੋਰਟ ਲੈ ਜਾਓ। ਮੈਂ ਕਿਹਾ ਉਹ ਮੈਂ ਖਰਚਾ ਕਰਨ ਨੂੰ ਤਿਆਰ ਹਾਂ। ਇਹ ਮੈਂ ਸੈਂਟਰ 'ਚ ਮੇਰੀਆਂ ਬੜੀਆਂ ਮੀਟਿੰਗ ਹੋ ਚੁੱਕੀਆਂ ਨੇ, ਇੱਥੇ ਵੀ ਕਹਿ ਚੁੱਕਾ ਮੈਂ, ਪੁਰੀ ਸਾਹਿਬ ਨੂੰ ਮੈਂ ਲਿਖ ਕੇ ਵੀ ਦੇ ਕੇ ਆਇਆ। ਸੈਂਟਰ ਸਰਕਾਰ ਨਾਲ ਇਸ ਸੰਬੰਧ 'ਚ ਤੁਹਾਡੀ ਕੀ ਗੱਲਬਾਤ ਹੋਈ ਹੈ ਉਹਦੇ ਬਾਰੇ ਥੋੜਾ ਦੱਸੋ। ਦੇਖੋ ਪੁਰੀ ਸਾਹਿਬ ਦੇ ਥਰੂ ਆਪਾਂ ਸਾਰੀ ਗੱਲਬਾਤ ਕੀਤੀ। ਉਸ ਤੋਂ ਪਹਿਲਾਂ PM ਸਾਹਿਬ ਨਾਲ ਮੇਰੀ ਹੋਈ ਸੀ, ਉਹ ਦੱਸਿਆ ਸੀ, ਲਿਖ ਕੇ ਦੇਖਿਆ ਸੀ ਮੈਂ। ਮੈਂ ਇਹ ਵੀ ਲਿਖਿਆ ਸੀ ਕਿ ਇੰਨੀਆਂ ਲੜਕੀਆਂ ਨੇ, ਇੰਨੇ ਲੜਕੇ ਆ ਤੇ ਇੰਨਾ ਖਰਚਾ ਹੈਗਾ, ਖਰਚਾ ਮੈਂ ਦਿਆਂਗਾ, ਮੈਂ ਸਰਕਾਰ ਤੇ ਲੋਡ ਨਹੀਂ ਪਾਵਾਂਗਾ। ਇਹ ਰਾਈਟਿੰਗ 'ਚ ਦੇ ਚੁੱਕਾ ਹਾਂ ਆਲਰੇਡੀ ਮੈਂ। ਉਸ ਤੋਂ ਬਾਅਦ ਪੁਰੀ ਸਾਹਿਬ ਨਾਲ ਮੀਟਿੰਗ ਹੋਈ, ਫਿਰ ਫੋਰਨ ਆਫਿਸ ਹੋਈਆਂ ਸਾਰੀਆਂ, ਫਿਰ ਅੰਬੈਸਡਰ ਸਾਹਿਬ ਨਾਲ ਸਾਰਿਆਂ ਨਾਲ ਹੋਈਆਂ। ਤੋ ਇਹ ਇਸ ਵੇਲੇ ਕਿੰਨੇ ਕੁ ਲੜਕੇ ਤੇ ਲੜਕੀਆਂ ਜਿਹੜੀਆਂ ਦੁਬਈ ਜਾਂ ਮਾਸਕਟ ਦੇ ਵਿੱਚ ਫਸੀਆਂ ਹੋਈਆਂ ਜਿਹੜੀਆਂ? ਮਨ ਸਾਹਿਬ 10 ਦਿਨ ਪਹਿਲਾਂ ਮੈਂ ਮਸਕਟ ਗਿਆ ਸੀ। ਮਸਕਟ ਜਾ ਕੇ ਮੇਰੀ ਅੰਬੈਸੀ 'ਚ ਗਿਆ, ਇੰਡੀਅਨ ਅੰਬੈਸਡਰ ਸਾਹਿਬ ਨਾਲ ਸਾਡੀ ਮੀਟਿੰਗ ਹੋਈ। ਤੇ ਉੱਥੇ ਫਿਰ ਜਿਹੜੀਆਂ ਕੋਈ 80-82 ਲੜਕੀਆਂ ਉਸ ਵੇਲੇ ਜਿਹੜੀਆਂ ਕਿ ਸ਼ੈਲਟਰ 'ਚ ਮਸਕਟ ਦੀ ਇੰਡੀਅਨ ਅੰਬੈਸੀ ਦੇ ਵਿੱਚ ਉੱਥੇ ਸੀਗੀਆਂ। ਉਸ ਤੋਂ ਇਲਾਵਾ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ 56 ਲੜਕੀਆਂ ਸੀਗੀਆਂ। ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਇਆ। ਤੇ ਆ ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ ਚੱਲ ਰਹੀ ਨਾ, 13 ਲੜਕੀਆਂ ਇਹ ਸੀਗੀਆਂ, ਇਹ ਵੀ ਉੱਥੇ ਰਹੀਆਂ। ਮੇਰੀ ਫੋਨ ਤੇ ਗੱਲ ਹੁੰਦੀ ਰਹਿੰਦੀ ਸਾਰੀਆਂ ਨਾਲ ਹੀ, WhatsApp ਤੇ ਸਾਡੀ ਗੱਲ ਹੁੰਦੀ ਰਹਿੰਦੀ ਹੈ। ਸੋ ਇਹਨਾਂ ਨੂੰ ਮਿਲ ਕੇ ਮੈਂ ਇਹਨਾਂ ਨੂੰ ਹੌਸਲਾ ਦਿੱਤਾ। ਮੈਂ ਕਿਹਾ ਦੇਖੋ ਇੰਡੀਅਨ ਅੰਬੈਸੀ ਵੀ ਕਰ ਰਹੀ ਹੈ, ਅਸੀਂ ਵੀ ਕਰ ਰਹੇ ਹਾਂ, ਲੇਕਿਨ ਜਦ ਤੱਕ ਤੁਹਾਡੇ ਪੇਪਰ ਕੰਪਲੀਟ ਨਹੀਂ ਹੁੰਦੇ। ਉਹ ਸਰ ਦੋ ਤਰ੍ਹਾਂ ਦੀਆਂ ਹੈਗੀਆਂ। ਇੱਕ ਤਾਂ ਹੈਗੇ ਜਿਹੜੇ ਵਿਜ਼ਿਟ ਵੀਜ਼ਾ ਤਾਂ ਟ੍ਰਾਂਜ਼ਿਟ ਵੀਜ਼ਾ ਤੇ ਹੈ, ਉਹਨਾਂ ਦੇ ਅਜੇ ਵੀਜ਼ਾ ਸਟੈਂਪ ਨਹੀਂ ਲੱਗਾ ਪੱਕਾ, ਵਰਕ ਪਰਮਿਟ ਨਹੀਂ ਮਿਲਿਆ ਉਹਨਾਂ ਨੂੰ, ਉਹਨਾਂ ਦਾ ਆਉਣਾ ਸੌਖਾ ਹੈ। ਉਹ ਸਰਕਾਰ ਕਰ ਵੀ ਰਹੀ ਹੈ, ਅੰਬੈਸੀ ਵੀ ਕਰ ਰਹੀ ਹੈ, ਲੇਕਿਨ ਉਹ ਕੀ ਹੈ ਕਿ ਸਲੋ ਹੈ ਬੜਾ ਪ੍ਰੋਸੈਸ, ਕਿ ਹਫ਼ਤੇ ਵਿੱਚ 10-12 ਲੜਕੀਆਂ ਭੇਜ ਦਿੱਤੀਆਂ, ਬਾਕੀ ਉੱਥੇ ਬੈਠੀਆਂ 8-8 ਮਹੀਨੇ ਸਾਲ ਤੋਂ ਲੜਕੀਆਂ ਉੱਥੇ ਬੈਠੀਆਂ ਹੋਈਆਂ। ਜਿਹੜੀ ਦੂਸਰੀ ਕੈਟਾਗਰੀ ਹੈ ਉਹ 'ਚ ਕੀ ਹੈ ਕਿ ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਹੋਏ ਆ, ਹੁਣ ਉਹ ਪਾਸਪੋਰਟ ਜਿਹੜਾ ਉਹਨਾਂ ਦੇ ਓਨਰ ਦੇ ਕੋਲ ਹੈ, ਉਹ ਕਹਿੰਦਾ ਵੀ ਮੇਰਾ ਜਿਹੜਾ ਖਰਚਾ ਹੈਗਾ ਖਰਚਾ ਦੇ ਦਿਓ। ਉੱਤੇ ਫਿਰ ਉਹਨਾਂ ਦੇ ਫਾਈਨ ਵੀ ਲੱਗੇ ਹੋਏ ਆ, ਓਵਰਸਟੇ ਵੀ ਹੋਈ ਕਈਆਂ ਦੀ, ਤੇ ਕੋਰਟ 'ਚ ਜਿਹੜਾ ਕੇਸ ਹੈ ਵੀ ਆਪਣਾ ਖਰਚੇ ਨਹੀਂ ਉਹਨੇ ਮੰਗਿਆ ਹੋਇਆ। ਉਹ ਸਰਕਾਰ ਜਿਹੜੀ, ਮੈਂ ਅੰਬੈਸਡਰ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦਾ ਜੀ 6-6 7-7 8-8 ਮਹੀਨੇ ਲੱਗ ਜਾਂਦੇ ਨੇ, ਤੇ ਇਹ ਸਾਨੂੰ ਕੇਸ ਸੋਲਵ ਕਰਨ ਲੱਗਿਆ, ਇਸ ਕਰਕੇ ਰੁਕਿਆ ਹੋਇਆ। ਜਿਹੜੀਆਂ 13 ਲੜਕੀਆਂ, ਇਹਨਾਂ ਵਿੱਚੋਂ 8 ਲੜਕੀਆਂ ਜਿਨ੍ਹਾਂ ਦੇ ਵੀਜ਼ੇ ਸਟੈਂਪ ਹੋਏ ਨੇ, 5 ਲੜਕੀਆਂ ਜਿਹੜੀਆਂ ਉਹ ਵਿਜ਼ਿਟ ਵੀਜ਼ੇ ਤੇ ਹੈ। ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਇਹਨੇ ਸਾਰੀਆਂ ਲਿਸਟਾਂ ਦਿਓ, ਜਿੰਨਾ ਖਰਚਾ ਤੁਸੀਂ ਉਹਨਾਂ ਨੂੰ ਨੈਗੋਸ਼ੀਏਟ ਕਰ ਲਓ, ਜਿਹੜੇ ਪੈਸੇ ਦੇਣੇ ਉਹ ਪੈਸੇ ਮੈਂ ਦੇਣ ਨੂੰ ਤਿਆਰ ਬੈਠਾ। ਤੇ ਇਹ ਮੈਂ ਕਹਿ ਕੇ ਆਇਆ ਉਸ ਲਈ ਵੀ, ਲੇਕਿਨ ਅਜੇ ਤੱਕ ਹੋਇਆ ਕੁਛ ਨਹੀਂ ਮੇਰੇ ਕੋਲ, ਨਾ ਤਾਂ ਲਿਸਟਾਂ ਆਈਆਂ ਮੇਰੇ ਕੋਲ। ਤੇ ਪਤਾ ਨਹੀਂ ਕਿਉਂ ਇਹ ਕੰਮ ਸਲੋ ਕਿਉਂ ਚੱਲ ਰਿਹਾ। ਨਾ ਅਸੀਂ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ ਹੈ, ਪਰ ਕੰਮ ਸਲੋ ਚੱਲ ਰਿਹਾ ਬੜਾ। ਇਸ ਸੰਬੰਧ 'ਚ ਜਿਹੜੀ ਹੈ ਪੰਜਾਬ ਸਰਕਾਰ ਕੀ ਰੋਲ ਅਦਾ ਕਰ ਸਕਦੀ ਹੈ? ਕੇਂਦਰ ਨਾਲ ਗੱਲ ਕਰਨ ਦੀ ਲੋੜ ਹੈ, ਜਾਂ ਇਹ ਤਾਂ ਗੱਲ ਸਾਹਮਣੇ ਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ, ਤੇ ਖਾਸ ਕਰਕੇ ਲਿਸਟਾਂ ਹਾਸਲ ਕਰਕੇ ਜਿਹੜੀਆਂ ਲੜਕੀਆਂ ਜਾਂ ਲੜਕੇ ਉੱਥੇ ਗੈਰ ਕਾਨੂੰਨੀ ਢੰਗ ਨਾਲ ਇਸ ਤਰ੍ਹਾਂ ਫਸੇ ਹੋਏ ਆ ਉਹਨਾਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ 'ਤੇ ਜ਼ੋਰ ਦੇਣ। ਇੱਕ ਤਾਂ ਗੱਲ ਇਹ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਬਰਾਏ ਸਾਹਿਬ, ਇਹ ਜਿਹੜੇ ਏਜੰਟ ਹੈ ਇਸ ਤਰ੍ਹਾਂ ਧੋਖਾਧੜੀ ਕਰਕੇ ਲੈ ਕੇ ਜਾ ਰਹੇ ਆ, ਜਿਹੜੇ ਲੜਕੇ ਲੜਕੀਆਂ ਨੂੰ ਜਿਹੜਾ 2 ਹਫ਼ਤੇ ਦਾ ਟੂਰਿਸਟ ਵੀਜ਼ਾ ਲਵਾ ਕੇ ਲੈ ਗਏ, ਤੇ ਉੱਥੇ ਕਰਾਉਣ ਲਈ ਕੁਝ ਨਹੀਂ ਹੁੰਦਾ, ਤੇ ਜੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਵੀ ਦਿਖਾਏ ਜਾਂਦੇ ਆ ਉਹ ਵੀ ਜਾਲੀ ਦਿਖਾਏ ਜਾਂਦੇ ਆ, ਉੱਥੇ ਜਾ ਕੇ ਉਹ ਫਸ ਜਾਂਦੇ ਆ, ਗੈਰ ਕਾਨੂੰਨੀ ਹੋ ਜਾਂਦੇ ਆ, ਫਿਰ ਉਹਨਾਂ ਦਾ ਕਈ ਢੰਗ ਨਾਲ ਸ਼ੋਸ਼ਣ ਹੁੰਦਾ, ਖਾਸ ਕਰਕੇ ਲੜਕੀਆਂ ਦੀ ਹਾਲਤ ਬੜੀ ਮਾੜੀ ਹੋ ਜਾਂਦੀ। ਇਹਨੂੰ ਪੰਜਾਬ 'ਚ ਮੁੱਢਲੇ ਪੱਧਰ 'ਤੇ ਪੰਜਾਬ 'ਚੋਂ ਜਿਹੜੇ ਏਜੰਟ ਇਸ ਤਰ੍ਹਾਂ ਲੈ ਕੇ ਜਾਂਦੇ ਆ, ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਰੋਕਣ ਲਈ, ਔਰ ਜਿਹੜੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਰਕੇ ਇੱਕ ਤਰ੍ਹਾਂ ਨਾਲ ਦੋਸ਼ੀ ਬਣ ਚੁੱਕੇ ਆ, ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਕਿਹੋ ਜਿਹਾ ਕਦਮ ਉਠਾਉਣ ਦੀ ਲੋੜ ਹੈ? ਦੇਖੋ ਸੈਂਟਰ ਦੀ ਹੈਲਪ ਤੋਂ ਬਗੈਰ ਕੁਝ ਨਹੀਂ ਹੋਣਾ। ਸੈਂਟਰ ਦੀ ਹੈਲਪ ਲੈਣੀ ਪੈਣੀ ਹੈ, ਕਿਉਂਕਿ ਸਾਰੇ ਇਮੀਗ੍ਰੇਸ਼ਨ ਡਿਪਾਰਟਮੈਂਟ ਸਾਰੇ ਜਾਂ ਸਾਡੇ ਜਿੰਨੇ ਅੰਬੈਸਡਰ ਸਾਡੇ ਬਾਹਰ ਬੈਠੇ ਆ ਅੰਬੈਸੀਆਂ ਦੇ ਵਿੱਚ, ਉਹ ਤਾਂ ਸੈਂਟਰ ਦੇ ਨਾਲ ਹੀ ਹੋਣਾ ਸਾਰਾ। ਲੇਕਿਨ ਪੰਜਾਬ ਗਵਰਨਮੈਂਟ ਨੂੰ ਠੀਕ ਹੈ, ਮਾਨ ਸਾਹਿਬ ਪਹਿਲਾਂ ਵੀ ਕਰਦੇ ਰਹੇ, ਮੈਨੂੰ ਵੀ ਕੇਸ ਕਾਫੀ ਫਾਰਵਰਡ ਕੀਤੇ ਉਹਨਾਂ ਨੇ, ਜਿਹੜੇ ਕਿ ਅਸੀਂ ਉੱਥੋਂ ਕਰਦੇ ਰਹੇ ਹਾਂ, ਕਲੀਅਰ ਕਰਦੇ ਰਹੇ ਹਾਂ। ਤੇ ਇਹਦੇ ਬਾਰੇ ਜ਼ੋਰ ਪਾਉਣਾ ਪੈਣਾ। ਜੇ ਜੜ ਦੇਖੀ ਜਾਏ ਨਾ, ਤੇ ਜੜ ਹੈਗੀ ਹੈ ਏਜੰਟ। ਜਦ ਤੱਕ ਅਸੀਂ ਏਜੰਟਾਂ ਤੇ
ਕਾਬੂ ਨਹੀਂ ਪਾਵਾਂਗੇ ਨਾ ਜੀ ਤੇ ਇਹ ਸਿਲਸਿਲਾ ਇੱਦਾਂ ਹੀ ਰਹਿਣਾ। ਹਾਂਜੀ, ਮੇਰੀ ਉਹਦੇ ਨਾਲ ਗੱਲ ਹੋਈ ਮਿਨਿਸਟਰ ਸਾਹਿਬ ਨਾਲ, ਉਹ ਕਹਿੰਦੇ ਰਾਏ ਸਾਹਿਬ ਅਸੀਂ ਮਹੀਨੇ ਵਿੱਚ ਅਗਰ 25-30 ਲੜਕੀਆਂ ਭੇਜਦੇ ਆ ਨਾ ਜੀ, ਉਨੀਆਂ ਹੋਰ ਆ ਜਾਂਦੀਆਂ ਨੇ, ਉਹਨਾਂ ਕੋਲ ਜਗ੍ਹਾ ਹੀ ਹੈ ਨਹੀਂ ਰਹਿਣ ਨੂੰ, ਵੀ ਕਿੱਥੇ ਰੱਖਣ ਉਹ। ਸੋ ਏਜੰਟਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ ਜੀ। ਤੇ ਉਹਦੇ ਲਈ ਉੱਥੇ ਸੈਂਟਰ 'ਚ ਵੀ ਗੱਲ ਹੋਈ ਸੀ ਇਸ ਬਾਰੇ 'ਚ ਵੀ ਕੁਝ ਕੀਤਾ ਜਾਵੇ। ਜਿਹੜਾ ਅਸੀਂ ਇਮੀਗ੍ਰੇਸ਼ਨ, ਸਾਡੇ ਕਿੰਨੇ ਕੁ ਏਅਰਪੋਰਟ ਆ ਸਾਡੇ ਜਿੱਥੋਂ ਲੜਕੀਆਂ ਜਾਂਦੀਆਂ ਹੈਗੀਆਂ, ਉਹ ਲੜਕੀਆਂ ਪਛਾਣੀ ਜਾਂਦੀ ਹੈ, ਜਿਹੜੀ ਪਿੰਡਾਂ ਦੀ ਲੜਕੀ ਹੈ ਉਹਨੂੰ ਸਿੰਪਲ ਦੇਖ ਲਓ ਵੀ ਤੂੰ, ਤੇਰੇ ਕੋਲ ਪੈਸੇ ਕਿੰਨੇ ਆ, ਤੈਨੂੰ ਇੰਗਲਿਸ਼ ਤਾਂ ਚਲੋ ਆਉਂਦੀ ਨਹੀਂ, ਹਿੰਦੀ ਪੰਜਾਬੀ ਵੀ ਨਹੀਂ ਪੂਰੀ ਤਰ੍ਹਾਂ ਬੋਲ ਸਕਦੀਆਂ ਉਹ, ਤੇ ਤੁਸੀਂ 2 ਹਫ਼ਤੇ ਦਾ ਵੀਜ਼ਾ ਲੈ ਕੇ ਤੁਸੀਂ ਟੂਰਿਸਟ ਵੀਜ਼ੇ ਤੇ ਕਿਉਂ ਜਾ ਰਹੀ ਹੋ, ਸੈਰ ਸਪਾਟਾ ਕਰਨ ਜਾ ਰਹੀ ਹੈ ਨਾ, ਇੰਨੇ ਜੋਗੀਆਂ ਹੈ ਹੀ ਨਹੀਂ ਹੈ, ਉੱਥੋਂ ਹੀ ਲੜਕੀ ਨੂੰ ਵਾਪਸ ਕਰ ਦੇਣਾ ਚਾਹੀਦਾ। ਤੇ ਮਤਲਬ ਏਅਰਪੋਰਟਾਂ ਤੇ ਸਾਡੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਹੈ, ਬਿਲਕੁਲ ਉਹਨਾਂ ਨੂੰ ਵੀ ਇਹਦਾ ਖਿਆਲ ਰੱਖਣਾ ਚਾਹੀਦਾ ਕਿ ਲੜਕੀਆਂ ਨੂੰ ਗਲਤ ਢੰਗ ਨਾਲ ਲਿਜਾਇਆ ਜਾ ਰਿਹਾ, ਉੱਥੇ ਜਾ ਕੇ ਇਹ ਫਸ ਜਾਣਗੇ। ਔਰ ਜਣਾ ਖੜਾ ਜਿਹੜਾ ਏਜੰਟ ਬਣੀ ਫਿਰਦਾ ਜੀ, ਕਿਉਂ ਨਾ ਇਹਨਾਂ ਦੀ ਰਜਿਸਟ੍ਰੇਸ਼ਨ ਹੋਵੇ ਇਹਨਾਂ ਏਜੰਟਾਂ ਦੀ। ਹਾਂਜੀ, ਇਹਦਾ ਇੱਕ ਬੜਾ ਪੁਰਾਣਾ ਮਾਮਲਾ ਚੱਲਦਾ ਰਿਹਾ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਹੋਵੇ। ਹਾਂ, ਲੇਕਿਨ ਕੁਝ ਨਹੀਂ ਹੋਇਆ ਜੀ। ਹੁਣ ਕੋਈ ਵੜਦਾ ਉੱਠਦਾ, ਕੋਈ ਲੇਡੀ ਉੱਠਦੀ ਹੈ ਜੀ, ਚੱਲ ਮੈਂ ਤੈਨੂੰ ਲੈ ਚੱਲਾਂ, ਉਹਨੂੰ ਲੈ ਕੇ ਨਾਲ ਤੁਰ ਪੈਂਦੀ ਉੱਥੇ ਜਾ ਕੇ। ਆਹੀ ਜਿਹੜਾ ਗੰਦ ਪੈ ਰਿਹਾ ਇਸ ਵੇਲੇ, ਜਿੱਥੇ ਲੜਕੀਆਂ ਫਸੀਆਂ ਹੋਈਆਂ ਨੇ ਨਾ, ਇਸ ਵੇਲੇ ਤਕਰੀਬਨ 400 ਤੋਂ ਉੱਤੇ ਲੜਕੀਆਂ ਜਿਹੜੀਆਂ ਇੱਥੇ ਫਸੀਆਂ ਹੋਈਆਂ ਉਸ ਵੇਲੇ ਅਰਬ ਕੰਟਰੀ ਵਿੱਚ। ਤੇ ਲੜਕਿਆਂ ਦੀ ਗੱਲ ਕਰੀਏ ਤੇ 1200-1300 ਲੜਕਾ ਇਸ ਵੇਲੇ ਫਸਿਆ ਹੋਇਆ, ਜਿਹੜਾ ਉਹ ਵੀ ਏਜੰਟਾਂ ਦੀ ਮਾਰ ਹੇਠਾਂ ਆਏ ਹੋਏ ਆ ਜੀ। ਉਹਨਾਂ ਕੋਲ ਵੀ ਪਾਸਪੋਰਟ ਨਹੀਂ ਹੈ। ਪਿੱਛੇ ਤੁਸੀਂ ਦੇਖਿਆ ਹੋਣਾ ਜਦੋਂ ਲੋਕਡਾਊਨ ਸੀਗਾ ਜੀ, ਕਾਫੀ ਲੋਕਾਂ ਨੇ, ਬੱਚਿਆਂ ਨੇ ਸੁਸਾਈਡ ਕੀਤੇ ਉੱਥੇ, ਔਰ ਯੰਗ ਬੰਦਿਆਂ ਨੇ, 20-22 ਸਾਲ ਦੇ ਮੁੰਡਿਆਂ ਨੇ। ਉਹਨਾਂ ਨੇ ਇਹ ਦੇਖਿਆ ਵੀ ਸਾਡੇ ਕੋਲ ਪਾਸਪੋਰਟ ਹੈ ਨਹੀਂ, ਸਾਡੇ ਕੋਲ ਜੌਬ ਹੈ ਨਹੀਂ, ਸਾਡੇ ਕੋਲ ਖਾਣ ਨੂੰ ਹੈ ਨਹੀਂ, ਰਹਿਣ ਨੂੰ ਹੈ ਨਹੀਂਗਾ, ਤੇ ਉਹ ਬੰਦੇ ਨੇ ਸੁਸਾਈਡ ਕਰ ਲਿਆ। ਹਾਂਜੀ, ਇਹ ਕਿਸ ਤਰ੍ਹਾਂ, ਕਿੰਨੀਆਂ ਘਟਨਾਵਾਂ ਇਸ ਤਰ੍ਹਾਂ ਦੀ ਕਾਫੀ ਹੋ ਚੁੱਕੀਆਂ ਜੀ, ਗਿਣਤੀ ਕਹੀਏ ਤਾਂ ਕਾਫੀ ਹੋ ਚੁੱਕੇ, 40-50 ਤਾਂ ਮੈਂ ਹੀ ਲੈ ਕੇ ਆਇਆ ਜੀ ਬੰਦੇ ਜਿਹੜੇ ਜਿਨ੍ਹਾਂ ਨੇ ਸੁਸਾਈਡ ਕੀਤਾ ਸਾਰਿਆਂ ਨੇ। ਹਾਂ ਜੀ, ਤੁਸੀਂ ਸਪੈਸ਼ਲ ਜਹਾਜ਼ ਕਿਰਾਏ ਤੇ ਲੈ ਕੇ ਉਹਨਾਂ ਨੂੰ ਲੈ ਕੇ ਆਏ ਸੀ? ਬਿਲਕੁਲ, ਉਦੋਂ 162 ਬੰਦੇ ਸੀ ਜਿਹੜੇ ਨਾ, ਜਿਹੜੇ ਰੋਡ ਤੇ ਬੈਠੇ ਸੀਗੇ। ਤੇ ਉਹਨਾਂ ਨੂੰ ਫਿਰ ਮੈਂ ਆਪਣੇ ਲੇਬਰ ਕੈਂਪ 'ਚ ਲੈ ਗਿਆ, ਉੱਥੇ 18 ਦਿਨ ਰੱਖਿਆ ਮੈਂ। ਤਿੰਨੋਂ ਟਾਈਮ ਦਾ ਖਾਣਾ ਦਿੱਤਾ ਉਹਨਾਂ ਨੂੰ, ਰਿਹਾਇਸ਼ ਫ੍ਰੀ ਦਿੱਤੀ ਉਹਨਾਂ ਨੂੰ। ਉਸ ਤੋਂ ਬਾਅਦ ਫਿਰ ਮੈਂ ਚਾਰਟਰਡ ਪਲੇਨ ਕਰਕੇ ਤੇ ਉਹਨਾਂ ਸਾਰਿਆਂ ਨੂੰ ਲੈ ਕੇ ਚੰਡੀਗੜ੍ਹ। ਵਰਾਏ ਸਾਹਿਬ, ਲੇਕਿਨ ਹੱਲ ਨਹੀਂ ਹੈ ਨਾ ਜੀ ਕੋਈ ਇਹ। ਵਰਾਏ ਸਾਹਿਬ, ਇੱਕ ਸਾਡੇ ਪੰਜਾਬ ਦੇ ਲੋਕ ਜਿਹੜੇ ਆ, ਜਿਹੜਾ ਜੇ ਪਿਛਲਾ ਇਤਿਹਾਸ ਦੇਖੀਏ, ਬੜੇ ਅਣਖ ਵਾਲੇ, ਗੈਰਤ ਵਾਲੇ ਤੇ ਮਿਹਨਤ ਕਰਕੇ ਰੋਟੀ ਖਾਣ ਵਾਲੇ ਲੋਕ ਸੀਗੇ ਸਾਡੇ ਸਮਾਜ ਦੇ, ਸਾਡੇ ਪੰਜਾਬ ਦੇ। ਇਹ ਕਿਹੜੀਆਂ ਇੱਦਾਂ ਦੀਆਂ ਸਥਿਤੀਆਂ ਤੁਸੀਂ ਮਹਿਸੂਸ ਕਰਦੇ ਆ ਪੈਦਾ ਹੋ ਗਈਆਂ ਕਿ ਸਾਡੇ ਜਿਹੜੇ ਲੋਕ ਆ, ਹੁਣ ਸਾਡੇ ਜਿਹੜੇ ਦਿਹਾਤੀ ਖੇਤਰਾਂ ਦੇ ਪਰਿਵਾਰ ਆ, ਉਹ ਆਪਣੀਆਂ ਨੌਜਵਾਨ ਕੁੜੀਆਂ ਨੂੰ ਇਸ ਤਰ੍ਹਾਂ ਬਾਹਰ ਭੇਜਣ ਲਈ ਮਜਬੂਰ ਹੋ ਰਹੇ? ਮਜਬੂਰੀ ਹੈ ਜੀ ਉਹਨਾਂ ਦੀ, ਘਰ ਰੋਟੀ ਨਹੀਂ ਪੱਕਦੀ। ਹਾਂਜੀ, ਹੁਣ ਇੱਕ ਲੜਕੀ ਸੀ, ਮੈਂ ਡੈਡ ਬੋਡੀ ਲੈ ਕੇ ਆਇਆ ਸੀ ਉਹਦੀ। ਹਾਂਜੀ, ਤੇ ਹਾਲਾਂਕਿ ਉਹਦੇ 2 ਭਰਾ ਸੀ ਉਹਦੇ ਚੰਗੇ, ਹਾਂਜੀ, ਫਾਦਰ ਸੀ, ਲੇਕਿਨ ਸਾਰੇ ਨਸ਼ਾ ਕਰਦੇ ਸੀ ਘਰ। ਕੋਈ, ਉਹ ਪੜ੍ਹੀ ਲਿਖੀ ਕੁੜੀ ਸੀ ਬਹੁਤ। ਉਹ ਦੁਬਈ ਕਿਸੇ ਤਰੀਕੇ ਨਾਲ ਏਜੰਟਾਂ ਨਾਲ ਹੀ ਪਹੁੰਚ ਗਈ। 8 ਤਰੀਕ ਨੂੰ ਪਹੁੰਚਦੀ ਹੈ, 13 ਨੂੰ ਉਹਦੀ ਡੈਥ ਹੋ ਜਾਂਦੀ ਹੈ, ਕਿਉਂਕਿ ਉਹਦੇ ਨਾਲ ਗੈਂਗ ਰੇਪ ਹੋਏ ਉੱਥੇ। ਇੱਥੋਂ ਤੱਕ ਗੱਲ ਪਹੁੰਚ ਗਈ। ਤੇ 13 ਤਰੀਕ ਨੂੰ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ, ਫਿਰ ਖੈਰ ਕਿਤੇ ਨਹੀਂ ਆਈ, ਨਿਊਜ਼ ਨਹੀਂ ਦਿੱਤੀ, ਕਿਤੇ ਕੁਛ ਨਹੀਂ ਕੀਤਾ, ਚੁੱਪ ਕੇ ਅਸੀਂ ਲਿਆ ਕੇ ਡੈਡ ਬੋਡੀ ਦੇ ਘਰ ਦੇ ਦਿੱਤੀ। ਲੇਕਿਨ ਰੀਜ਼ਨ ਇਹ ਸੀਗਾ। ਸੋ ਮਜਬੂਰੀ ਵਿੱਚ ਦੇਖੋ, ਜਵਾਨ ਕੁੜੀਆਂ ਨੂੰ ਭੇਜਦੇ ਆ, ਜਿਹੜਾ ਕਿ ਨਹੀਂ ਭੇਜਣਾ ਚਾਹੀਦਾ, ਲੇਕਿਨ ਉਹਦੀ ਮਜਬੂਰੀ, ਰੋਟੀ ਕਦੋਂ ਖਾਣੀ ਉਹਨਾਂ ਨੇ। ਸੋ ਬੰਦਾ ਸੋਚਦਾ ਵੀ ਠੀਕ ਹੈ, ਏਜੰਟ ਆਇਆ ਜੀ, ਏਜੰਟਾਂ ਦੇ ਝਾਂਸੇ 'ਚ ਫਸ ਜਾਂਦੇ ਨੇ ਵੀ ਅਸੀਂ ਪੈਸਾ ਵੀ ਨਹੀਂ ਦੇ ਰਹੇ, ਉੱਥੋਂ ਤਨਖਾਹ ਮਿਲੇਗੀ, ਤਨਖਾਹ 'ਚੋਂ ਪੈਸੇ ਕੱਟੇ ਜਾਣਗੇ, ਲੇਕਿਨ ਹੁੰਦਾ ਕੁਛ ਨਹੀਂ ਹੈ। ਇਸ ਤਰ੍ਹਾਂ ਦੇ ਸਬਜ਼ਬਾਗ ਜਿਹੜੇ ਏਜੰਟਾਂ ਵੱਲੋਂ ਦਿਖਾਏ ਜਾਂਦੇ, ਜਿਹਦੇ ਕੋਲ ਨੌਜਵਾਨ ਲੜਕੀ ਆ, ਉਹਦੇ ਕੋਲ ਪੈਸੇ ਵੀ ਹੈ ਨਹੀਂ, ਤਾਂ ਵੀ ਉਹਨੂੰ ਲੈ ਕੇ ਜਾਣ ਲਈ ਤਿਆਰ ਹੋ ਜਾਂਦੇ। ਬਿਲਕੁਲ, ਉੱਥੇ ਲਿਜਾ ਕੇ ਜਿਹੜੇ ਉਹ ਫਸਾ ਦਿੰਦੇ ਆ, ਉੱਥੇ ਜਾ ਕੇ ਫਸਾ ਦਿੰਦੇ ਜੀ। ਬਸ ਏਜੰਟਾਂ ਨੇ ਪੈਸਾ ਬਣਾਉਣਾ ਜੀ, ਇੱਥੋਂ ਨਹੀਂ ਮਿਲਿਆ ਤਾਂ ਉੱਥੋਂ ਬਣਾਉਣਾ। ਹਾਂਜੀ, ਪੈਸੇ ਲੈਣੇ ਉਹਨਾਂ ਨੇ, ਜਿਹਨੂੰ ਲੜਕੀ ਦੇਣਗੇ ਉਹ ਤੋਂ ਪੈਸੇ ਲੈਣੇ ਆ। ਫਿਰ ਪਾਸਪੋਰਟ ਉਹਨਾਂ ਕੋਲ ਹੈ, ਜਿਸ ਲਈ ਲੜਕੀ ਨੇ ਵਾਪਸ ਆਉਣਾ, ਫਿਰ ਉਹ ਕਹਿੰਦੇ ਸਾਨੂੰ 2 ਲੱਖ ਰੁਪਏ ਦਿਓ, 2.5 ਲੱਖ ਰੁਪਏ ਦਿਓ, ਉਹ ਦੇਣਾ ਪੈਂਦਾ ਜੀ। ਮੈਂ ਪਿੱਛੇ ਜੇ ਵੰਡ ਸਾਹਿਬ, ਮੈਂ 53 ਕੁ ਲੜਕੀਆਂ ਲਿਆ ਚੁੱਕਾ ਆਲਰੇਡੀ। ਪਿੱਛੇ ਜੇ ਮੈਂ 13 ਲੜਕੀਆਂ ਲੈ ਕੇ ਆਇਆ ਸੀਗਾ, ਜਿਹੜੀਆਂ 2 ਕਲਕੱਤੇ ਦੀਆਂ ਸੀਗੀਆਂ, 1 ਬਿਹਾਰ ਦੀ ਸੀ ਤੇ 10 ਆਪਣੇ ਪੰਜਾਬ ਦੀਆਂ ਸੀਗੀਆਂ। ਤੇ ਉਹ ਜਿਸ ਬੰਦੇ ਕੋਲ ਵੇਚੀਆਂ ਹੋਈਆਂ ਸੀਗੀਆਂ, ਜਿਹਨਾਂ ਲੈ ਕੇ ਬੈਠਾ ਸੀ, ਉਹਨੂੰ ਮੈਂ ਮਿਲਿਆ ਜਾ ਕੇ, ਉਹ ਮੈਨੂੰ ਕਹਿੰਦਾ ਕਿ ਮੇਰੇ ਆਹ ਖਰਚੇ ਆਏ ਜੀ। ਤੇ ਮੈਂ ਕਿਹਾ ਤੂੰ ਖਰਚੇ ਲੈ, ਲੜਕੀਆਂ ਨਹੀਂ ਲੈਣਾ ਇੱਥੇ। ਉਹਨੇ ਦੱਸਿਆ ਵੀ ਇੰਨੇ ਅਮਾਊਂਟ ਬਣਦਾ, ਮੈਂ ਚੈੱਕ ਕਰਕੇ ਦਿੱਤਾ, ਮੈਂ ਕਿਹਾ ਲਾ ਫੜ ਪੈਸੇ ਪਾਸਪੋਰਟ ਦੇ ਸਾਰਿਆਂ ਦੇ। ਉਹ ਮੈਂ ਲੈ ਕੇ ਸਾਰੀਆਂ ਲੜਕੀਆਂ ਇੱਥੇ ਆ ਗਿਆ। ਉਹਨਾਂ ਲੜਕੀਆਂ ਨੇ, ਇੱਕ ਲੜਕੀ ਸੀਗੀ, ਉਹ ਬੋਲੀ ਵੀ ਬਹੁਤ, ਟੀਵੀ ਤੇ ਵੀ ਬੋਲੀ, ਸਾਰਾ ਮੀਡੀਆ ਇਕੱਠਾ ਸੀ ਉੱਥੇ, ਲੇਕਿਨ ਉੱਤੇ ਫਿਰ ਵੀ ਕੋਈ ਅਸਰ ਨਹੀਂ ਹੋਇਆ। ਉਸ ਲੜਕੀ ਨੇ ਬਿਲਕੁਲ ਆਪਣੀ ਸ਼ਰਮ ਲਾ ਕੇ ਉਹ ਕਹਿੰਦੀ ਨਹੀਂ ਮੈਂ ਬੋਲਾਂਗੀ, ਕਹਿੰਦੀ ਜਿੱਥੇ ਅਸੀਂ ਫਸੀਆਂ, ਮੈਂ ਨਹੀਂ ਚਾਹੁੰਦੀ ਕਿ ਹੋਰ ਲੜਕੀਆਂ ਵੀ ਉੱਥੇ ਜਾ ਕੇ ਇਸ ਤਰ੍ਹਾਂ ਫਸਣ, ਝਾਂਸੇ 'ਚ ਆ ਕੇ। ਉਹਨੇ ਏਜੰਟਾਂ ਦੇ ਨਾਮ ਦਿੱਤੇ, ਨੰਬਰ ਦਿੱਤੇ, ਐਡਰੈਸਿਸ ਦਿੱਤੇ ਵੀ ਤੁਸੀਂ ਇੱਥੇ ਕਾਰਵਾਈ ਕਰੋ, ਲੇਕਿਨ ਕੋਈ ਕਾਰਵਾਈ ਕਿਸੇ ਤੇ ਨਹੀਂ ਹੋਈ। ਅਗਰ ਜੇ ਕੋਈ 2-4 ਪਰਚੇ, 7-8 ਪਰਚੇ ਦਰਜ ਕਰਾਏ ਸੀ ਉਦੋਂ, ਮੈਂ ਆਪ ਖੁਦ ਫੋਨ ਕਰਕੇ ਪਰਚੇ ਦਰਜ ਕਰਵਾਏ ਨੇ, ਲੇਕਿਨ ਉਹ ਫਿਰ ਏਜੰਟਾਂ ਨੇ ਆਪਣਾ ਕੰਟਰੋਲ ਕਰਕੇ ਕਿਸੇ ਨੂੰ 50,000 ਦਿਓ, ਕਿਸੇ ਨੂੰ 60,000 ਦਿਓ, ਕਿਸੇ ਜੋ ਸੀ ਨਾ ਪੈਸੇ, ਉਹ ਪੈਸੇ ਦੇ ਕੇ ਤੇ ਉਹ ਕੁੜੀ ਨੂੰ ਪੁਲਿਸ ਸਟੇਸ਼ਨ ਬੁਲਾਇਆ, ਉੱਥੇ ਕਰਾ ਕੇ ਕੰਪਰੋਮਾਈਜ਼ ਤੇ ਉਹ ਪਰਚਾ ਵਾਪਸ ਲੈ ਲਿਆ ਗਿਆ। ਸੋ ਇਸ ਤਰ੍ਹਾਂ ਵੀ ਚੱਲਦਾ ਕੰਮ ਸਾਰਾ ਜੀ। ਦਰਸ਼ਕੋ, ਜਿਸ ਤਰ੍ਹਾਂ ਅਬਰਾਏ ਸਾਹਿਬ ਨੇ ਦੱਸਿਆ, ਇਸ ਵੇਲੇ ਇਹ ਬਹੁਤ ਵੱਡਾ ਮਸਲਾ ਹੈ ਪੰਜਾਬ 'ਚ, ਬੇਰੁਜ਼ਗਾਰ ਨੌਜਵਾਨਾਂ ਦਾ, ਬੇਰੁਜ਼ਗਾਰ ਲੜਕੀਆਂ ਦਾ,
ਔਰ ਏਜੰਟ ਉਹਨਾਂ ਨੂੰ ਜਿਹੜੇ ਬਹੁਤ ਸਾਰੇ ਵਾਅਦੇ ਕਰਕੇ ਝੂਠੇ ਸੱਚੇ ਉਹਨਾਂ ਨੂੰ ਬਾਹਰ ਲੈ ਜਾਂਦੇ ਆ ਤੇ ਉੱਥੇ ਉਹ ਬਹੁਤ ਸਾਰੀਆਂ ਮੁਸੀਬਤਾਂ 'ਚ ਜਿਹੜੇ ਲੜਕੇ ਲੜਕੀਆਂ ਸਾਡੇ ਫਸ ਜਾਂਦੇ ਆ। ਇਸ ਸੰਬੰਧ 'ਚ ਅਸੀਂ ਸਾਰੇ ਲੋਕਾਂ ਨੂੰ ਰਲ ਕੇ ਆਵਾਜ਼ ਉਠਾਉਣੀ ਚਾਹੀਦੀ ਆ, ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੇ ਜਿਹੜੀਆਂ ਸਾਡੇ ਸਮਾਜਿਕ ਸੰਗਠਨ ਹੈ ਉਹਨਾਂ ਨੂੰ ਵੀ ਇਹਦੇ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਰਕਾਰਾਂ ਤੇ ਦਬਾਅ ਪਾਉਣਾ ਚਾਹੀਦਾ, ਏਜੰਟਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ। ਹੁਣ ਬਰਾਏ ਸਾਹਿਬ ਅਗਲਾ ਸਵਾਲ ਲੈਂਦੇ ਆ ਕਿ ਤੁਸੀਂ ਬਹੁਤ ਸਾਰੇ ਜਿਹੜੇ ਸਮਾਜ ਭਲਾਈ ਦੇ ਕੰਮ ਜਿਹੜੇ ਆ ਉਹ ਕਰ ਰਹੇ ਆ ਵੱਖ-ਵੱਖ ਖੇਤਰਾਂ 'ਚ। ਜਿਹੜੀ ਕਰੋਨਾ ਦੇ ਸਮੇਂ 'ਚ ਵੀ ਤੁਸੀਂ ਜਿਹੜੇ ਲੋਕ ਕਰੋਨਾ ਦਾ ਸ਼ਿਕਾਰ ਹੋਏ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਤੁਸੀਂ। ਤੇ ਹੁਣ ਇਸ ਵੇਲੇ ਤੁਹਾਡੀ ਸੰਸਥਾ ਵੱਲੋਂ ਜਿਹੜਾ ਸਰਬੱਤ ਦਾ ਭਲਾ ਟਰੱਸਟ ਹੈ, ਕਿਹੜੇ-ਕਿਹੜੇ ਮਹੱਤਵਪੂਰਨ ਕਾਰਜ ਜਿਹੜੇ ਆ ਉਹ ਸਮਾਜ ਸੇਵਾ ਦੇ, ਲੋਕ ਭਲਾਈ ਦੇ ਕੀਤੇ ਜਾ ਰਹੇ ਆ? ਮਤਲਬ ਵੈਸੇ ਤਾਂ 26-27 ਸਾਡੇ ਕੰਮ ਪ੍ਰੋਜੈਕਟ ਹੈਗੇ ਜਿਹੜੇ ਚੱਲ ਰਹੇ ਨੇ, ਤੇ ਕਰੋਨਾ 'ਚ ਵੀ ਕੀਤਾ, ਵੈਸੇ ਵੀ ਸਾਰਾ ਕਰ ਰਹੇ ਹਾਂ, ਲੇਕਿਨ ਸਿਹਤ ਤੇ ਸਿੱਖਿਆ ਲਈ ਜ਼ਿਆਦਾ ਅਸੀਂ ਖਿਆਲ ਰੱਖ ਰਹੇ ਹਾਂ। ਅੱਜ ਦੀ ਡੇਟ 'ਚ ਮੇਰਾ ਖਿਆਲ ਅਸੀਂ ਕੋਈ 9,500 ਬੱਚਾ ਅਸੀਂ ਅਡਾਪਟ ਕਰ ਚੁੱਕੇ ਹਾਂ ਆਲਰੇਡੀ, ਜਿਹੜਾ ਹਾਇਰ ਸਟੱਡੀ ਦਾ +2 ਤੋਂ ਬਾਅਦ। ਤੇ ਉਹਨਾਂ ਦੀ ਸਕੋਲਰਸ਼ਿਪ ਸਾਰੀ ਅਸੀਂ ਉਹ ਦੇ ਰਹੇ ਹਾਂ, ਟਰੱਸਟ ਵੱਲੋਂ ਦੇ ਰਹੇ ਹਾਂ। ਤੇ ਦੂਸਰੇ ਬੰਨੇ ਜਿਹੜਾ ਆਪਾਂ ਹੈਲਥ ਤੇ ਕਰੀਏ, ਮੈਡੀਕਲ ਦੀ ਗੱਲ ਕਰੀਏ, ਜਿੱਦਾਂ ਪਹਿਲਾਂ ਤਾਂ ਅੱਖਾਂ ਦੇ ਕੈਂਪ ਬਹੁਤ ਲੱਗ ਚੁੱਕੇ ਆ, ਫਿਰ ਉਹ ਤੋਂ ਬਾਅਦ ਡਾਇਲਸਿਸ ਜਿਹੜੇ ਸੈਂਟਰ ਲਾਇਆ ਸੀ ਉਹਦੀ ਬਹੁਤ ਲੋੜ ਸੀ। ਔਰ ਅੱਜ ਦੀ ਡੇਟ ਸਾਡੇ ਕੋਲ 242 ਦੇ ਕਰੀਬ ਸਾਡੇ ਜਿਹੜੇ ਡਾਇਲਿਸਿਸ ਸੈਂਟਰ ਚੱਲ ਰਹੇ, ਡਾਇਲਿਸਿਸ ਜਿਹੜੇ ਯੂਨਿਟ ਸਾਡੇ ਇਹ ਚੱਲ ਰਹੇ ਨੇ। ਪਹਿਲਾਂ ਪੰਜਾਬ 'ਚ ਕੀਤਾ, ਫਿਰ ਪੰਜਾਬ ਦੇ ਨਾਲ ਅਸੀਂ ਹੁਣ 7 ਸਟੇਟਾਂ 'ਚ 8 ਸਟੇਟਾਂ 'ਚ ਕੰਮ ਕਰ ਰਹੇ ਹਾਂ। ਇਸ ਲਈ ਪੰਜਾਬ 'ਚ ਕੀਤਾ, ਹਰਿਆਣਾ ਕੀਤਾ, ਫਿਰ ਹਿਮਾਚਲ ਹੋ ਗਿਆ, ਰਾਜਸਥਾਨ ਹੋ ਗਿਆ। ਇਹ ਸਾਰੀਆਂ 'ਚ ਸਾਡਾ ਇਹ ਡਾਇਲਿਸਿਸ ਸੈਂਟਰ ਲਾ ਕੇ ਆਪਾਂ ਇਹ ਸਹੂਲਤ ਦਿੱਤੀ ਹੈ। ਪੰਜਾਬ 'ਚ ਮੈਂ ਕਹਿ ਸਕਦਾ ਕਿ ਹਰ 25-30 ਕਿਲੋਮੀਟਰ ਦੇ ਬਾਅਦ ਜਿਹੜਾ ਨਾ ਜੀ ਉਹ ਸਾਡੇ ਸੈਂਟਰ ਚੱਲ ਰਹੇ ਉੱਥੇ। ਇਹ ਬੜੀ ਵੱਡੀ ਇਹਦੀ ਲੋੜ ਸੀ, ਕਿਉਂਕਿ ਜਿਹੜੇ ਬੰਦੇ ਨੂੰ ਕਰਾਉਣਾ ਪੈਂਦਾ 30-35 ਹਜ਼ਾਰ ਦਾ ਖਰਚਾ ਸੀਗਾ। ਹੁਣ ਜਿਹੜੇ ਅਸੀਂ ਕਰ ਰਹੇ ਹਾਂ ਉਹ 3 ਹਜ਼ਾਰ 'ਚ ਕਰ ਰਹੇ ਹਾਂ। ਸੋ ਕਿੱਥੇ 35-40 ਹਜ਼ਾਰ, ਕਿੱਥੇ 3 ਹਜ਼ਾਰ 'ਚ। ਇੱਕ ਤੇ ਇਹ ਅਸੀਂ ਫੈਸਿਲਿਟੀ ਦਿੱਤੀ। ਦੂਸਰਾ ਜਿਹੜਾ ਮੇਨ ਸੀਗਾ ਕਿ ਲੈਬੋਰਟਰੀਜ਼, ਕਿਉਂਕਿ ਲੋਕੀ ਟੈਸਟ ਨਹੀਂ ਸੀ ਕਰਾਉਂਦੇ, ਡਰਦੇ ਸੀ ਲੋਕੀ ਕਿ ਜੇ ਕੋਈ ਬਿਮਾਰੀ ਨਿਕਲ ਗਈ, ਫਿਰ ਨਾਲੇ ਟੈਸਟ ਮਹਿੰਗੇ ਬੜੇ ਹੋ ਚੁੱਕੇ ਸੀ। ਉਦੋਂ ਫਿਰ ਅਸੀਂ ਇੱਕ ਲੈਬੋਰਟਰੀ ਖੋਲ੍ਹੀ, ਫਿਰ 2 ਖੋਲ੍ਹੀ, ਅੱਜ ਕਰਦੇ ਸਾਡੀਆਂ 76 ਸਾਡੀਆਂ ਲੈਬੋਰਟਰੀਜ਼ ਇਸ ਲਈ ਚੱਲ ਰਹੀਆਂ ਨੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਵਿੱਚ। ਤੇ 31 ਦਸੰਬਰ ਦਾ ਸਾਡਾ ਟੀਚਾ ਹੈਗਾ ਕਿ ਅਸੀਂ 100 ਲੈਬੋਰਟਰੀ ਜਿਹੜੀ ਹੈ ਇਹ ਪੂਰੀ ਕਰ ਦਾਂਗੇ। ਕਿੰਨੀ 100 ਲੈਬੋਰਟਰੀ ਪੂਰੀ ਹੋ ਜਾਏਗੀ। ਅੱਜ ਦੀ ਡੇਟ ਵਿੱਚ ਸਾਡੇ ਕੋਈ 60,000 ਪੇਸ਼ੈਂਟ ਹੈ ਜਿਹੜਾ ਮਹੀਨੇ ਦਾ, ਜਿਹੜਾ ਸਾਡੀਆਂ ਲੈਬੋਰਟਰੀਜ਼ ਦਾ ਫਾਇਦਾ ਉਠਾ ਰਿਹਾ। ਔਰ ਰੇਟ ਗੱਲ ਕਰੀਏ ਤੇ ਸਾਡੇ 10% ਜਾਂ 11% ਰੇਟ ਨੇ ਮਾਰਕੀਟ 'ਚੋਂ। ਅਗਰ ਤੁਸੀਂ ਪੈਕੇਜ ਲਓ ਨਾ, ਜਿਹੜਾ ਮਾਰਕੀਟ ਤੁਹਾਨੂੰ 3,500 ਦਾ, ਸਾਡਾ 320 ਰੁਪਏ 'ਚ ਹੈ ਉਹ। ਸੋ ਇਹ ਜਿਹੜੀ ਫੈਸਿਲਿਟੀ ਦਿੱਤੀ ਹੈ ਵੀ ਤਾਂ ਜੋ ਲੋਕੀ ਟੈਸਟ ਕਰਾ ਸਕਣ। ਦੂਸਰਾ ਫਿਰ ਸਾਡੇ ਜਿੱਦਾਂ ਹੁਣ ਆਫਿਸ ਵਿੱਚ ਹੈੱਡ ਆਫਿਸ ਹੈ, ਉੱਥੇ ਡਾਕਟਰ ਬਹਿੰਦੇ ਨੇ, ਤੇ ਟੈਸਟ ਤੋਂ ਬਾਅਦ ਅਗਰ ਕਿਸੇ ਨੂੰ ਕੋਈ ਇਹੋ ਜਿਹੀ ਬਿਮਾਰੀ ਨਿਕਲ ਜਾਂਦੀ ਹੈ ਤੇ ਉਹ ਫਿਰ ਸਾਡਾ ਟੈਸਟ ਜਿਹੜਾ ਉਹ ਵੀ ਉਹਨਾਂ ਦੀ ਜਿਹੜੀ ਪੂਰੀ ਅਸੀਂ ਹੈਲਪ ਕਰਦੇ ਹਾਂ, ਉਹਨਾਂ ਦੀ ਜਿੱਥੋਂ ਤੱਕ ਕਰ ਸਕਦੇ ਹਾਂ, ਚਾਹੇ PGI ਭੇਜੀਏ ਜਾਂ ਜਿੱਦਾਂ ਜਿੱਥੇ ਵੀ ਭੇਜੀਏ ਅਸੀਂ। ਸੋ ਉਹ ਵੀ ਜਿਹੜੀ ਹੈਲਪ ਜਿਹੜੀ ਨਾਲ ਕੀਤੀ ਜਾਂਦੀ ਹੈ। ਇਹ ਲੈਬੋਰਟਰੀਆਂ ਦੇ ਨਾਲ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੀਆਂ ਹੋਰ ਸਹੂਲਤਾਂ, ਡੈਂਟਲ ਫੈਸਿਲਿਟੀਜ਼ ਲਈ ਹੋਰ ਵੀ ਕੁਝ ਤੁਸੀਂ ਕਦਮ ਚੁੱਕੇ ਆ। ਉਹ ਕੀ ਪ੍ਰੋਜੈਕਟ ਹੈਗਾ ਲੈਬੋਰਟਰੀਆਂ ਦੇ ਨਾਲ? ਇੱਕ ਮਨ ਸਾਹਿਬ ਇਹਨਾਂ ਦਿਨਾਂ 'ਚ ਨਾ ਥੋੜ੍ਹੀ ਜਿਹੀ ਚੇਂਜ